सत श्री अकाल जी। 994 की तैयारी कर रहे सारे ईटीटी कैडर्स ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਆਪਾਂ ਸਾਹਿਤ ਦਾ ਅੱਜ ਟੌਪਿਕ ਲੈ ਕੇ ਆਏ ਹਾਂ। ਪਹਿਲਾਂ ਆਪਾਂ ਮੈਥ ਦੇ ਟੌਪਿਕ ਲਗਾਤਾਰ ਕਰ ਰਹੇ ਹਾਂ ਔਰ ਉਹ ਉੱਦਾਂ ਹੀ ਕੰਟੀਨਿਊ ਰਹਿਣਗੇ। ਅਗਲਾ ਟੌਪਿਕ ਜਲਦੀ ਮੈਥ ਦਾ ਜਿਹੜਾ ਚੱਕਰ ਤੇ ਚੱਕਰ ਨਾਲ ਸੰਬੰਧਿਤ ਖੇਤਰਫਲ ਜਲਦੀ ਆ ਰਿਹਾ ਤੇ ਇਸ ਦੇ ਵਿੱਚ ਲਈ ਮੈਂ ਇੱਕ ਵੀਡੀਓ ਜਿਹੜੀ ਹੈ ਸਾਹਿਤ ਲਈ ਇਹਦੇ ਕੁਝ ਕੁਐਸਚਨ ਲੈ ਕੇ ਆਇਆ ਤੇ ਇਹ ਕੁਐਸਚਨ ਬਹੁਤ ਇੰਪੋਰਟੈਂਟ ਕੁਐਸਚਨ ਨੇ ਕਿਉਂਕਿ ਇਹਨਾਂ ਕੁਐਸਚਨਾਂ ਦੇ ਵਿੱਚੋਂ ਲਗਭਗ 2 ਕੁਐਸਚਨ ਆਪਣੇ ਪੇਪਰ ਦੇ ਵਿੱਚ ਆਉਣ ਦੇ ਪੂਰੇ ਚਾਂਸ ਬਣਦੇ ਆ। ਸੋ ਇਹ 20-25 ਕੁਐਸਚਨ ਲੈ ਕੇ ਆਇਆ ਮੈਂ ਤੁਹਾਡੇ ਤੋਂ ਔਰ ਇਹਨਾਂ ਕੁਐਸਚਨਾਂ ਦੇ ਨਾਲ ਕੀ ਹੈ ਕਿ ਜਿਹੜਾ ਵੀ ਕੁਐਸਚਨ ਹੋਊਗਾ ਉਹਦੇ ਸੰਬੰਧਿਤ ਆਪਾਂ ਡਿਟੇਲ ਵੀ ਪੜਾਂਗੇ ਵੀ ਇਹ ਕੁਐਸਚਨ ਜਿਹਦੇ ਨਾਲ ਸੰਬੰਧਿਤ ਜਿਵੇਂ ਅੰਮ੍ਰਿਤਾ ਪ੍ਰੀਤਮ ਨਾਲ ਸੰਬੰਧਿਤ ਆ ਉਹਦੇ ਸੰਬੰਧੀ ਡਿਟੇਲ ਤੁਹਾਨੂੰ ਉਹ ਤੁਸੀਂ ਆਪਣੀ ਨੋਟਬੁੱਕ ਤੇ ਨੋਟ ਡਾਊਨ ਕਰ ਸਕਦੇ ਹੋ। ਸੋ आओ ਅੱਜ ਦਾ ਲੈਕਚਰ ਸ਼ੁਰੂ ਕਰਦੇ ਹਾਂ ਸਾਹਿਤ ਦੇ MCQs ਤੋਂ। ਸੋ ਆਪਾਂ ਚੱਲਦੇ ਹਾਂ ਆਪਣੇ MCQs ਵੱਲ। ਸਭ ਤੋਂ ਪਹਿਲਾਂ ਪ੍ਰਸ਼ਨ ਨੰਬਰ 1 ਹੈ ਪੰਜਾਬੀ ਨਾਵਲ ਦਾ ਮੋਢੀ ਕਿਸ ਨੂੰ ਕਿਹਾ ਜਾਂਦਾ ਹੈ ਔਰ ਇਹਦੀਆਂ ਜਿਹੜੀਆਂ ਆਪਸ਼ਨਸ ਆ ਉਹ ਆਪਣੇ ਕੋਲ ਹੈਗਾ ਭਾਈ ਵੀਰ ਸਿੰਘ ਜੀ, ਨਾਨਕ ਸਿੰਘ, ਸੰਤ ਸਿੰਘ ਸੇਖੋ, ਧਨੀ ਰਾਮ ਚਾਤਰਿਕ। ਹੁਣ ਸਾਡਾ ਦਿਮਾਗ ਜਾਂਦਾ ਨਾਨਕ ਸਿੰਘ ਜੀ ਤੇ ਕਿਉਂਕਿ ਇਹਨਾਂ ਦੇ ਨਾਵਲ ਬਹੁਤ ਪ੍ਰਸਿੱਧ ਆ ਤੇ ਬਹੁਤ ਜ਼ਿਆਦਾ ਲਿਖੀ ਇਹਨਾਂ ਨੇ ਨਾਵਲ। ਪਰ ਨਾਵਲ ਦਾ ਮੋਢੀ ਹੈ ਜਿਹੜੇ ਉਹ ਭਾਈ ਵੀਰ ਸਿੰਘ ਜੀ ਨਾਲ ਜਾਵਾਂਗੇ ਆਪਸ਼ਨ ਨਾਲ। ਕਿਉਂ ਜਾਵਾਂਗੇ? ਕਿਉਂਕਿ ਇਹਨਾਂ ਨੇ ਸਭ ਤੋਂ ਪਹਿਲਾਂ ਸੁੰਦਰੀ ਨਾਵਲ ਲਿਖਿਆ ਸੀ ਭਾਈ ਵੀਰ ਸਿੰਘ ਜੀ ਨੇ। ਸੋ ਇਸ ਤਰ੍ਹਾਂ ਆਪਣੀ ਜਿਹੜੀ ਆਪਸ਼ਨ A ਸਹੀ ਹੈ। ਨੈਕਸਟ ਕੁਐਸਚਨ ਨੰਬਰ 2 ਆਪਣਾ ਕਿ ਸੋਹਣੀ ਮਹੀਵਾਲ ਕਿਸ ਦੀ ਰਚਨਾ ਹੈ। ਉਹਦੇ ਵਿੱਚ ਆਪਸ਼ਨਸ ਆਪਣੇ ਕੋਲੇ ਫਿਰੋਜ਼ਦੀਨ ਸਰਫ, ਹਾਫਿਜ਼ ਬਰਖੁਰਦਾਰ, ਹਾਸ਼ਮ ਸ਼ਾਹ, ਫਜ਼ਲ ਸ਼ਾਹ। ਦੇਖੋ ਇਹਦੇ ਵਿੱਚ ਜਿਹੜਾ ਫਿਰੋਜ਼ਦੀਨ ਸਰਫ ਇਹਦੇ ਨਾਲ ਵੀ ਨਹੀਂ ਜਾਵਾਂਗੇ ਕਿਉਂਕਿ ਇਹਦੇ ਵਿੱਚ ਆਪਣੇ ਕੋਲ 2 ਆਪਸ਼ਨਸ ਹੈ ਇਸ ਕੁਐਸਚਨ ਦੇ ਰਿਲੇਟਡ, ਇੱਕ ਤਾਂ ਹਾਸ਼ਮ ਸ਼ਾਹ ਤੇ ਇੱਕ ਫਜ਼ਲ ਸ਼ਾਹ ਕਿਉਂਕਿ ਇਹਨਾਂ ਨੇ ਵੀ ਸੋਹਣੀ ਮਹੀਵਾਲ ਦੀ ਰਚਨਾ ਕੀਤੀ ਸੀ ਤੇ ਫਜ਼ਲ ਸ਼ਾਹ ਜੀ ਨੇ ਵੀ। ਤਾਂ ਪਰ ਆਪਾਂ ਜਿਹੜੀ ਆਪਣੀ ਆਪਸ਼ਨ ਨੂੰ ਆਪਾਂ ਇਹਨੂੰ ਸਹੀ ਮੰਨਾਂਗੇ ਕਿਉਂਕਿ ਸਭ ਪਹਿਲਾਂ ਇਹਨਾਂ ਨੇ ਫਜ਼ਲ ਸ਼ਾਹ ਜੀ ਨੇ ਕੀਤੀ ਸੀ ਔਰ ਜਿਹੜੇ ਆਪਣੇ ਹਾਸ਼ਮ ਸ਼ਾਹ ਸੀਗੇ ਇਹਨਾਂ ਨਾਲ ਤੁਹਾਨੂੰ ਪ੍ਰਸਿੱਧ ਗੱਲ ਇੱਕ ਦੱਸਦੇ ਹਾਂ ਵੀ ਇਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਰਬਾਰ ਦੇ ਵਿੱਚ ਕਵੀ ਰਹੇ ਆ ਔਰ ਇਹਨਾਂ ਨੇ ਲਗਭਗ ਹਰੇਕ ਕਿੱਸੇ ਤੇ ਕਿੱਸਾ ਲਿਖਿਆ ਹੈਗਾ। ਚਾਹੇ ਕਿ ਆਪਾਂ ਦੇਖਦੇ ਹਾਂ ਕਿ ਵਾਰਿਸ਼ ਹੀਰ ਵਾਰਿਸ਼ ਜ਼ਿਆਦਾ ਮਸ਼ਹੂਰ ਆ ਪਰ ਇਹਨਾਂ ਨੇ ਹੀਰ ਦੇ ਬਾਰੇ ਵੀ ਲਿਖਿਆ। ਇਸੇ ਤਰ੍ਹਾਂ ਇਹਨਾਂ ਨੇ ਸੋਹਣੀ ਮਹੀਵਾਲ, ਕਿੱਸਾ ਸੱਸੀ ਪੁੰਨੂ, ਹਰੇਕ ਕਿੱਸੇ ਬਾਰੇ ਇਹਨਾਂ ਨੇ ਲਿਖਿਆ ਹੋਇਆ। ਸੋ ਜੇਕਰ ਆਪਸ਼ਨ ਦੇ ਵਿੱਚ ਫਜ਼ਲ ਸ਼ਾਹ ਨਾ ਹੁੰਦਾ ਤਾਂ ਫਿਰ ਆਪਾਂ ਹਾਸ਼ਮ ਸ਼ਾਹ ਨਾਲ ਜਾਣਾ ਸੀ ਕਿਉਂਕਿ ਆਪਸ਼ਨ ਦੇ ਵਿੱਚ ਫਜ਼ਲ ਸ਼ਾਹ ਸੀ, ਇਸ ਲਈ ਅਸੀਂ ਫਜ਼ਲ ਸ਼ਾਹ ਨਾਲ ਜਾਵਾਂਗੇ ਕਿਉਂਕਿ ਇਹਨਾਂ ਨੇ ਪਹਿਲਾਂ ਸੋਹਣੀ ਮਹੀਵਾਲ ਦੀ ਰਚਨਾ ਕੀਤੀ ਸੀ। ਨੈਕਸਟ ਆਪਣਾ ਪ੍ਰਸ਼ਨ ਨੰਬਰ 3 ਹੈ ਜੀ ਅੰਮ੍ਰਿਤਾ ਪ੍ਰੀਤਮ ਨੂੰ ਗਿਆਨਪੀਠ ਪੁਰਸਕਾਰ ਕਿਸ ਪੁਸਤਕ ਲਈ ਮਿਲਿਆ। ਸੋ ਇਹਦੇ ਵਿੱਚ ਪੁਸਤਕ ਹੈਗੀ ਸੁਨੇਹੜੇ, ਅੰਨਦਾਤਾ, ਵਾਰਿਸ ਸ਼ਾਹ ਤੇ ਕਾਗਜ਼ ਤੇ ਕੈਨਵਸ। ਸੋ ਇਹ ਚਾਰੇ ਜਿਹੜੀ ਆਪਣੇ ਮਤਲਬ ਕਿ ਰਚਨਾਵਾਂ ਇਹ ਅੰਮ੍ਰਿਤਾ ਪ੍ਰੀਤਮ ਜੀ ਦੀਆਂ ਹੀ ਆ ਪ੍ਰਸਿੱਧ ਰਚਨਾਵਾਂ। ਉਹਨਾਂ 'ਚ ਸਾਰਿਆਂ ਤੋਂ ਪ੍ਰਸਿੱਧ ਸੀ ਜਿਹੜੀ ਆਪਣੀ ਇੱਕ ਕਵਿਤਾ ਹੋਈ ਸੀ ਅੱਜ ਆਖਾਂ ਵਾਰਿਸ ਸ਼ਾਹ ਨੂੰ। ਇਹ ਤੁਸੀਂ ਨੋਟ ਡਾਊਨ ਕਰਨਾ ਕਿਉਂਕਿ ਜੇਕਰ ਪੁੱਛਿਆ ਜਾਵੇ ਕਿ ਅੰਮ੍ਰਿਤਾ ਪ੍ਰੀਤਮ ਜੀ ਦੀ ਪ੍ਰਸਿੱਧ ਕਵਿਤਾ ਤਾਂ ਉਹ ਹੈਗੀ ਆ ਅੱਜ ਆਖਾਂ ਵਾਰਿਸ ਸ਼ਾਹ ਨੂੰ। ਤਾਂ ਇਸ ਤੋਂ ਬਾਅਦ ਆਪਾਂ ਇਸ ਕੁਐਸਚਨ ਵੱਲ ਚੱਲਦੇ ਹਾਂ ਤਾਂ ਅੰਮ੍ਰਿਤਾ ਪ੍ਰੀਤਮ ਨੂੰ ਗਿਆਨਪੀਠ ਪੁਰਸਕਾਰ ਸੀ ਜਿਹੜਾ ਉਹ ਕਾਗਜ਼ ਤੇ ਕੈਨਵਸ ਲਈ ਮਿਲਿਆ ਸੀਗਾ। ਤੇ ਜੇਕਰ ਇਹਦੀ ਗੱਲ ਕਰੀਏ ਸੰਨ ਦੀ ਤਾਂ ਇਹ ਜਿਹੜਾ ਅਵਾਰਡ ਮਿਲਿਆ ਸੀ ਇਹਨਾਂ ਨੂੰ 1982 ਦੇ ਵਿੱਚ ਮਿਲਿਆ ਸੀ। ਇਹਨੂੰ ਤੁਸੀਂ ਯਾਦ ਰੱਖੋਗੇ। ਜੇਕਰ ਉਹ ਪੁੱਛ ਲੈਣ ਕਿ ਅੰਮ੍ਰਿਤਾ ਪ੍ਰੀਤਮ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਕਦੋਂ ਮਿਲਿਆ ਤਾਂ ਇਹ 1956 ਦੇ ਵਿੱਚ ਸੁਨੇਹੜੇ ਪੁਸਤਕ ਲਈ ਮਿਲਿਆ ਸੀਗਾ। ਸੋ ਸੁਨੇਹੜੇ ਪੁਸਤਕ ਲਈ ਜੇ ਪੁੱਛਣਗੇ ਤਾਂ ਅਸੀਂ ਕਹਾਂਗੇ ਕਿ ਅੰਮ੍ਰਿਤਾ ਪ੍ਰੀਤਮ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਉਹ ਸੁਨੇਹੜੇ ਪੁਸਤਕ ਲਈ ਮਿਲਿਆ ਸੀ 1956 ਦੇ ਵਿੱਚ। ਤੇ ਜੇਕਰ ਉਹ ਪੁੱਛਣਗੇ ਵੀ ਗਿਆਨਪੀਠ ਪੁਰਸਕਾਰ ਕਿਸ ਪੁਸਤਕ ਲਈ ਮਿਲਿਆ ਸੀ ਤੇ ਉਹ ਕਾਗਜ਼ ਤੇ ਕੈਨਵਸ ਲਈ 1982 ਦੇ ਵਿੱਚ। ਤੇ ਜੇਕਰ ਉਹ ਪੁੱਛਣ ਕਿ ਅੰਮ੍ਰਿਤਾ ਪ੍ਰੀਤਮ ਜੀ ਦੀਆਂ ਪ੍ਰਸਿੱਧ ਰਚਨਾਵਾਂ ਜਿਵੇਂ ਕਿ ਇਹਨਾਂ 'ਚ ਸਭ ਤੋਂ ਪ੍ਰਸਿੱਧ ਰਚਨਾ ਤਾਂ ਆਪਾਂ ਵੇਖ ਲਈਏ ਵਾਰਿਸ ਸ਼ਾਹ ਜੀ ਜਿਹੜੀ ਉਹ ਅੱਜ ਆਖਾਂ ਵਾਰਿਸ ਸ਼ਾਹ ਨੂੰ। ਤੇ ਜੇਕਰ ਇਸ ਤੋਂ ਅੱਗੇ ਵੇਖੀਏ ਤਾਂ ਤ੍ਰਿੰਜਣ ਇਹਨਾਂ ਦੀ ਬਹੁਤ ਪ੍ਰਸਿੱਧ ਰਚਨਾ। ਇੱਕ ਅਹਿਦਨਾਮਾ, ਅਮੜੀ ਦਾ ਵਿਹੜਾ, ਤੀਜੀ ਇੱਕ ਅਹਿਮਦਨਾਮਾ ਇਹਦੀ ਜਿਹੜੀ ਤੀਜੇ ਨੰਬਰ 'ਤੇ ਹੁੰਦੀ ਹੈ। ਤੇ ਅਮੜੀ ਦਾ ਵਿਹੜਾ ਇਹਦੇ ਤੋਂ ਆਪਾਂ ਨੂੰ ਕੁਐਸਚਨ ਆਇਆ ਹੋਇਆ ਵੀ ਅਮੜੀ ਦਾ ਵਿਹੜਾ ਕਿਸ ਦੀ ਰਚਨਾ। ਤਾਂ ਅਮੜੀ ਦਾ ਵਿਹੜਾ ਵੀ ਅੰਮ੍ਰਿਤਾ ਪ੍ਰੀਤਮ ਜੀ ਦੀ ਰਚਨਾ। ਇੱਕ ਇਹਨਾਂ ਦੀ ਪ੍ਰਸਿੱਧ ਰਚਨਾ ਹੈਗੀ ਸਰਗੀ ਵੇਲਾ, ਇਹਨੂੰ ਤੁਸੀਂ ਨੋਟ ਡਾਊਨ ਕਰੋ। ਸਰਗੀ ਵੇਲਾ, ਪੱਥਰ ਗੀਟੇ, ਨਾਗਮਣੀ ਤੇ ਇਸ ਤੋਂ ਲਾਸਟ ਤੇ ਜਿਹੜੀ ਆਪਾਂ ਕਰਦੇ ਹਾਂ ਅੱਜ ਆਖਾਂ ਵਾਰਿਸ ਸ਼ਾਹ ਨੂੰ ਜਾਂ ਆਪਾਂ ਪਹਿਲਾਂ ਵੀ ਇਹਦੇ ਬਾਰੇ ਗੱਲ ਕਰ ਚੁੱਕੇ ਹਾਂ। ਸੋ ਇਹਨਾਂ ਨੂੰ ਧਿਆਨ ਦੇ ਵਿੱਚ ਰੱਖਣਾ ਕਿਉਂਕਿ ਇਸ ਵਾਰ ਕੁਐਸਚਨ ਲਗਭਗ ਤ੍ਰਿੰਜਣ ਤੋਂ ਬਣਨ ਦੇ ਚਾਂਸ ਆ ਕਿਉਂਕਿ ਇਸ ਤੋਂ ਪਹਿਲਾਂ ਉਹਨਾਂ ਨੇ ਪੁੱਛਿਆ ਸੀਗਾ ਅਮੜੀ ਦਾ ਵਿਹੜਾ ਕਿਹਦੀ ਰਚਨਾ ਤਾਂ ਆਪਾਂ ਗਏ ਸੀ ਅੰਮ੍ਰਿਤਾ ਪ੍ਰੀਤਮ ਨਾਲ। ਸੋ ਅਹਿਦਨਾਮਾ ਤੇ ਤ੍ਰਿੰਜਣ ਦੋਨੇ ਪ੍ਰਸਿੱਧ ਰਚਨਾਵਾਂ ਤੇ ਸਭ ਤੋਂ ਪ੍ਰਸਿੱਧ ਰਚਨਾ ਜਿਹੜੀ ਉਹ ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਗੋਲ, ਕੋਈ ਅੱਜ ਕਿਤਾਬੇ ਇਸ਼ਕ ਦਾ ਨਵਾਂ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਨ। ਸੋ ਅਗਲਾ ਜਿਹੜਾ ਆਪਣਾ ਕੁਐਸਚਨ ਹੈ ਕੁਐਸਚਨ ਨੰਬਰ 4 ਇਹਦੇ ਵਿੱਚ ਕੀ ਆ ਕਿ ਸ਼ਿਵ ਕੁਮਾਰ ਬਟਾਲਵੀ ਜੀ ਨਾਲ ਸੰਬੰਧਿਤ ਕੁਐਸਚਨ ਹੈ ਇਹ
ਸ਼ਿਵ ਕੁਮਾਰ ਬਟਾਲਵੀ ਨੂੰ ਕਿਸ ਪੁਸਤਕ ਤੇ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ? ਸੋ ਇਹ ਸਾਰੀਆਂ ਹੀ ਰਚਨਾਵਾਂ ਸ਼ਿਵ ਕੁਮਾਰ ਬਟਾਲਵੀ ਦੀਆਂ, ਕੁਝ ਹੋਰ ਰਚਨਾਵਾਂ ਵੀ ਮੈਂ ਤੁਹਾਨੂੰ ਲਿਖਾਉਣਾ ਸ਼ਿਵ ਕੁਮਾਰ ਬਟਾਲਵੀ ਦੀਆਂ, ਲਿਖੋ ਤੁਸੀਂ। ਉਹਦੇ ਵਿੱਚ ਜਿਹੜੀਆਂ ਕਵਿਤਾਵਾਂ, ਇੱਕ ਪ੍ਰਸਿੱਧ ਕਵਿਤਾ ਹੋਈ ਆ ਅਸਾਤਾ ਜੋਬਨ ਰੁੱਤੇ ਮਰਨਾ, ਕਿਉਂਕਿ ਇਹ ਕਵਿਤਾ ਤੋਂ ਬਾਅਦ ਲਗਭਗ ਇਹਨਾਂ ਦੀ ਮੌਤ ਹੋ ਗਈ ਸੀ, ਤਾਂ ਇਹ ਕਵਿਤਾ ਬਹੁਤ ਪ੍ਰਸਿੱਧ ਹੋਈ ਸੀ, ਅਸਾਤਾ ਜੋਬਨ ਰੁੱਤੇ ਮਰਨਾ। ਹੋਰ ਇਸ ਦੀ ਜਿਹੜੀ ਆਪਣੀ ਕਵਿਤਾਵਾਂ ਪ੍ਰਸਿੱਧ ਹੈ, ਇਹਦੇ ਵਿੱਚ ਧਰਮੀ ਬਾਬਲਾ, ਢੋਲ ਵਜਾਓ, ਫਿਰ ਇਸ ਤੋਂ ਬਾਅਦ ਗੀਤ ਇਹਨਾਂ ਦੀ ਪ੍ਰਸਿੱਧ ਕਵਿਤਾ ਹੋਈ ਆ, ਆਰਤੀ ਪ੍ਰਸਿੱਧ ਕਵਿਤਾ ਹੋਈ ਆ, ਠੀਕ ਹੈ। ਇਸ ਤਰ੍ਹਾਂ ਜ਼ਖਮ, ਚਾਂਦੀ ਦੀਆਂ ਗੋਲੀਆਂ, ਇਹ ਸਾਰੀਆਂ ਕਵਿਤਾਵਾਂ ਇਹਨਾਂ ਦੀਆਂ ਪ੍ਰਸਿੱਧ ਕਵਿਤਾਵਾਂ। ਦੁਬਾਰਾ ਮੈਂ ਰਿਪੀਟ ਕਰਦਾ, ਤੁਸੀਂ ਇਹਨੂੰ ਨੋਟ ਡਾਊਨ ਕਰੋ। ਜਿਵੇਂ ਪਹਿਲਾਂ ਕੀ ਹੈ, ਅਸਾਂ ਤਾਂ ਜੋਬਨ ਉੱਤੇ ਮਰਨਾ, ਧਰਮੀ ਬਾਬਲਾ 2 ਨੰਬਰ ਤੇ, ਆਰਤੀ, ਉਸ ਤੋਂ ਬਾਅਦ ਢੋਲ ਵਜਾਓ, ਉਸ ਤੋਂ ਬਾਅਦ ਗੀਤ, ਉਸ ਤੋਂ ਬਾਅਦ ਲੂਣਾ, ਉਸ ਤੋਂ ਬਾਅਦ ਜ਼ਖਮ, ਮੈਨੂੰ ਵਿਦਾ ਕਰੋ, ਮੈਂ ਤੇ ਮੈਂ। ਤੇ ਜੇਕਰ ਇਸ ਕੁਐਸਚਨ ਦੀ ਗੱਲ ਕਰੀਏ ਤਾਂ ਸ਼ਿਵ ਕੁਮਾਰ ਬਟਾਲਵੀ ਨੂੰ ਲੂਣਾ ਕਵਿਤਾ ਲਈ ਭਾਰਤੀ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ। ਸੋ ਇਹ ਆਈ ਹੋਪ ਕਿ ਸਾਰਾ ਕੁਐਸਚਨ ਸਮਝ ਆ ਗਿਆ ਹੋਣਾ। ਮੈਂ ਸ਼ਿਵ ਕੁਮਾਰ ਬਟਾਲਵੀ ਦੀ ਤੁਹਾਨੂੰ ਰਚਨਾਵਾਂ ਦੱਸਤੀਆਂ, ਇਹਦੇ ਨਾਲ ਸੰਬੰਧਿਤ ਡਿਟੇਲ ਦੱਸਤੀ, ਤੇ ਸਭ ਤੋਂ ਇੰਪੋਰਟੈਂਟ ਇਸ ਸ਼ਿਵ ਕੁਮਾਰ ਬਟਾਲਵੀ ਜੀ ਨਾਲ ਹੋਰ ਕੁਐਸਚਨ ਕੀ ਬਣਦਾ, ਉਹ ਇਹ ਬਣਦਾ ਕਿ ਬਿਰਹਾ ਦਾ ਸੁਲਤਾਨ ਕਿਸ ਨੂੰ ਕਿਹਾ ਜਾਂਦਾ? ਤਾਂ ਬਿਰਹਾ ਦਾ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਜੀ ਨੂੰ ਕਿਹਾ ਜਾਂਦਾ। ਬਿਰਹਾ ਦਾ ਮਤਲਬ ਕੀ ਹੁੰਦਾ? ਵਿਛੋੜਾ। ਤੇ ਇਹਨਾਂ ਨੇ ਲਗਭਗ ਸਾਰੀਆਂ ਹੀ ਕਵਿਤਾਵਾਂ ਵਿਛੋੜੇ ਦੇ ਉੱਪਰ ਲਿਖੀਆਂ ਸੀ, ਇਸ ਲਈ ਇਹਨਾਂ ਨੂੰ ਬਿਰਹਾ ਦਾ ਸੁਲਤਾਨ ਕਿਹਾ ਜਾਂਦਾ। ਔਰ ਇੱਥੇ ਇਹ ਧਿਆਨ ਰੱਖਣ ਜੋ ਗੱਲ ਵੀ ਹੈ ਵੀ ਉਹ ਪੁੱਛ ਲੈਂਦੇ ਬਿਰਹਾ ਦਾ ਕਵੀ। ਜੇਕਰ ਬਿਰਹਾ ਦਾ ਕਵੀ ਪੁੱਛ ਲੈਣ ਤਾਂ ਅਸੀਂ ਸ਼ਾਹ ਹੁਸੈਨ ਜੀ ਵੱਲ ਜਾਵਾਂਗੇ, ਕਿਉਂਕਿ ਬਿਰਹਾ ਦਾ ਕਵੀ ਉਹਨਾਂ ਨੂੰ ਕਿਹਾ ਜਾਂਦਾ। ਕਿਹਨਾਂ ਨੂੰ? ਸ਼ਾਹ ਹੁਸੈਨ ਜੀ ਵੱਲ ਨੂੰ। ਜੇਕਰ ਆਪਸ਼ਨ ਦੇ ਵਿੱਚ ਬਿਰਹਾ ਦਾ ਕਵੀ ਜਾਂ ਸੁਲਤਾਨ ਪਾਤਾ, ਦੋਵਾਂ ਦੇ ਵਿੱਚੋਂ ਕੋਈ ਵੀ ਆ ਗਿਆ ਤਾਂ ਆਪਾਂ ਸ਼ਿਵ ਕੁਮਾਰ ਬਟਾਲਵੀ ਜੀ ਨੂੰ ਜ਼ਿਆਦਾ ਸਹੀ ਮੰਨਦੇ ਹਾਂ, ਕਿਉਂਕਿ ਜ਼ਿਆਦਾ ਬਿਰਹਾ, ਜ਼ਿਆਦਾ ਵਿਛੋੜੇ ਤੇ ਇਹਨਾਂ ਨੇ ਲਿਖਿਆ ਸੀ। ਸੋ ਅਗਲਾ ਕੁਐਸਚਨ ਨੰਬਰ 5 ਹੈ ਜੀ ਆਪਣਾ, ਉਹਦੇ ਵਿੱਚ ਕੀ ਲਿਖਿਆ ਉਹਨਾਂ ਨੇ? ਨਾਨਕ ਸਿੰਘ ਨੂੰ ਕਿਸ ਪੁਸਤਕ ਤੇ ਸਾਹਿਤ ਅਕਾਦਮੀ ਅਵਾਰਡ ਮਿਲਿਆ? ਸੋ ਆ ਸਾਰੇ ਨਾਵਲ ਨਾਨਕ ਸਿੰਘ ਜੀ ਦੇ ਆ। ਇਹਦੇ ਵਿੱਚ ਪਵਿੱਤਰ ਪਾਪੀ, ਚਿੱਟਾ ਲਹੂ, ਠੀਕ ਹੈ ਜੀ, ਤੇ ਇਹ ਸਾਰੇ ਪ੍ਰਸਿੱਧ ਉਹਨਾਂ ਦੇ। ਪਰ ਜਿਹੜਾ ਇਹਨਾਂ ਨੂੰ ਅਵਾਰਡ ਮਿਲਿਆ ਸੀ ਉਹ ਸੀ ਇੱਕ ਮਿਆਨ ਦੋ ਤਲਵਾਰਾਂ। ਸੰਨ 1961 ਦੇ ਵਿੱਚ ਨਾਨਕ ਸਿੰਘ ਨੂੰ ਇੱਕ ਮਿਆਨ ਦੋ ਤਲਵਾਰਾਂ ਪੁਸਤਕ ਲਈ ਭਾਰਤੀ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀਗਾ। ਸੋ ਇੱਥੋਂ ਤੱਕ ਇਹ ਸਾਡੇ 5 ਕੁਐਸਚਨ ਪੂਰੇ ਹੋਏ ਆ। ਅਗਲੇ ਕੁਐਸਚਨਾਂ ਵੱਲ ਚੱਲਦੇ ਹਾਂ। ਸੋ ਆਪ ਜੀ ਨੂੰ ਮੈਂ ਇੱਥੇ ਇਹ ਵੀ ਦੱਸ ਦੇਣਾ ਜ਼ਰੂਰੀ ਸਮਝਦਾ ਕਿ ਹਾਲ ਹੀ ਦੇ ਵਿੱਚ 2022 ਦੇ ਵਿੱਚ ਪਾਕਿਸਤਾਨ ਵੱਲੋਂ ਆਪਣੇ ਸਰਜੀਤ ਪਾਤਰ ਜੀ ਨੂੰ ਵਾਰਿਸ ਸ਼ਾਹ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਕਰੰਟ ਹੈ, ਯਾਦ ਰੱਖੋਗੇ ਤੁਸੀਂ ਕਿ ਪਾਕਿਸਤਾਨ ਵੱਲੋਂ ਆਪਣੇ ਸਰਜੀਤ ਪਾਤਰ ਜੀ ਨੂੰ ਵਾਰਿਸ ਸ਼ਾਹ ਅਵਾਰਡ ਮਿਲਿਆ। ਇਸ ਤੋਂ ਪਹਿਲਾਂ ਵਾਰਿਸ ਸ਼ਾਹ ਅਵਾਰਡ ਸੰਨ 2000 ਦੇ ਵਿੱਚ ਅੰਮ੍ਰਿਤਾ ਪ੍ਰੀਤਮ ਜੀ ਨੂੰ ਮਿਲਿਆ ਸੀ। ਸੋ ਅਗਲੇ ਕੁਐਸਚਨਾਂ ਵੱਲ ਚੱਲਦੇ ਹਾਂ ਜੀ। ਕੁਐਸਚਨ ਨੰਬਰ 6 ਹੈ, ਸਭ ਤੋਂ ਪਹਿਲਾਂ ਕਿੱਸਾ ਹੀਰ ਰਾਂਝਾ ਕਿਸ ਨੇ ਲਿਖਿਆ? ਸੋ ਆਪਸ਼ਨ ਦੇ ਵਿੱਚ ਵਾਰਿਸ ਸ਼ਾਹ, ਦਮੋਦਰ, ਪੀਲੂ ਤੇ ਕਾਦਰ ਯਾਰ। ਸੋ ਇਸ ਆਪਸ਼ਨ ਲਈ ਅਸੀਂ ਜੇਕਰ ਸਹੀ ਆਪਸ਼ਨ ਮੰਨਦੇ ਹਾਂ ਤਾਂ ਸਭ ਤੋਂ ਪਹਿਲਾਂ ਹੀਰ ਰਾਂਝਾ ਦਮੋਦਰ ਨੇ ਲਿਖਿਆ ਸੀ, ਕਿਉਂਕਿ ਹੀਰ ਜਿਹੜੀ ਹੈ ਦਮੋਦਰ ਨੇ ਲਿਖੀ ਸਭ ਤੋਂ ਪਹਿਲਾਂ, ਤੇ ਇਹ ਦਵਈਆ ਛੰਦ ਦੇ ਵਿੱਚ ਲਿਖੀ ਸੀਗੀ। ਔਰ ਜਿਹੜੀ ਆਪਾਂ ਕਿਉਂਕਿ ਵਾਰਿਸ ਸ਼ਾਹ ਵੀ ਇੱਥੇ ਆਪਸ਼ਨ ਦੇ ਵਿੱਚ ਪਿਆ ਤਾਂ ਦਿਮਾਗ 'ਚ ਆਊਗਾ ਵਾਰਿਸ ਸ਼ਾਹ। ਜੇਕਰ ਪੁੱਛਣ ਵੀ ਸਭ ਤੋਂ ਪ੍ਰਸਿੱਧ ਹੀਰ ਰਾਂਝਾ ਜਿਹੜੀ ਰਚਨਾ ਕਿਸ ਦੀ ਹੋਈ ਹੈ ਤਾਂ ਉਹ ਹੀਰ ਵਾਰਿਸ ਹੋਈ ਹੈ, ਵਾਰਿਸ ਸ਼ਾਹ ਦੀ। ਜੇਕਰ ਉਹ ਪੁੱਛਣ ਸਭ ਤੋਂ ਪਹਿਲਾਂ ਹੀਰ ਰਾਂਝਾ ਕਿਸ ਨੇ ਲਿਖਿਆ ਤਾਂ ਉਹ ਦਮੋਦਰ ਨੇ ਲਿਖਿਆ ਸੀ ਸਭ ਤੋਂ ਪਹਿਲਾਂ। ਤਾਂ ਇਹ ਦਵਈਆ ਛੰਦ ਦੇ ਵਿੱਚ ਲਿਖਿਆ ਸੀ ਦਮੋਦਰ ਨੇ ਸਭ ਤੋਂ ਪਹਿਲਾਂ ਹੀਰ ਰਾਂਝਾ। ਤੇ ਸਭ ਤੋਂ ਮਸ਼ਹੂਰ ਜਿਹੜਾ ਕਿੱਸਾ ਹੋਇਆ ਹੀਰ ਰਾਂਝਾ ਉਹ ਹੀਰ ਵਾਰਿਸ ਹੋਈ ਹੈ। ਉਹਦਾ ਨਾਂ ਕੀ ਹੈ? ਹੀਰ ਵਾਰਿਸ। ਔਰ ਲਿਖੀ ਕਿਹਨੇ ਸੀ? ਵਾਰਿਸ ਸ਼ਾਹ ਨੇ। ਔਰ ਇਸ ਕਿੱਸੇ ਨੂੰ ਲਿਖਿਆ ਸੀਗਾ ਬੈਤ ਛੰਦ ਦੇ ਵਿੱਚ। ਸੋ ਜੇਕਰ ਉਹ ਪੁੱਛਣ ਵਾਰਿਸ ਸ਼ਾਹ ਹੀਰ ਤਾਂ ਉਹ ਬੈਤ ਛੰਦ ਦੇ ਵਿੱਚ, ਜੇਕਰ ਦਮੋਦਰ ਦੀ ਹੀਰ ਤੇ ਉਹ ਦਵਈਆ ਛੰਦ ਦੇ ਵਿੱਚ। ਇੱਥੇ ਇੱਕ ਹੋਰ ਧਿਆਨ ਰੱਖਣ ਯੋਗ ਗੱਲ ਹੈ ਵੀ ਜਿਹੜੀ ਵਾਰਿਸ ਸ਼ਾਹ ਦੀ ਹੀਰ ਸੀ, ਇਸ ਦਾ ਜਿਹੜਾ ਅੰਤ ਸੀਗਾ ਉਹ ਦੁਖਾਂਤਕ ਸੀਗਾ। ਦੁਖਾਂਤਕ ਮਤਲਬ ਕਿ ਲਾਸਟ ਦੇ ਵਿੱਚ ਦੁਖਾਂਤਕ ਸੀ ਇਹਦਾ ਅੰਤ, ਕਿ ਉਹ ਹੀਰ ਤੇ ਰਾਂਝਾ ਆਪਸ ਦੇ ਵਿੱਚ ਨਹੀਂ ਮਿਲੇ। ਤੇ ਜੋ ਦਮੋਦਰ ਦੀ ਹੀਰ ਆ, ਇਹਦਾ ਜਿਹੜਾ ਅੰਤ ਆ ਉਹ ਸੁਖਾਂਤਕ ਸੀਗਾ। ਸੋ ਇਹ ਵੀ ਧਿਆਨ ਵਿੱਚ ਰੱਖਣਾ। ਅਗਲਾ ਜਿਹੜਾ ਆਪਣਾ ਪ੍ਰਸ਼ਨ ਨੰਬਰ 7 ਹੈ, ਪੰਜਾਬੀ ਭਾਸ਼ਾ ਵਿੱਚ ਖੁੱਲ੍ਹੀ ਕਵਿਤਾ ਦਾ ਮੋਢੀ ਹੈ। ਸੋ ਇਹ ਕੁਐਸਚਨ ਬਹੁਤ ਇੰਪੋਰਟੈਂਟ ਆ, ਇਹਨੂੰ ਇੰਪੋਰਟੈਂਟ ਲਿਖ ਲਓ, ਆਉਣ ਦੇ ਚਾਂਸ ਵੀ ਹੈਗੇ ਆ। ਤਾਂ ਇਹ ਆਪਣੀ ਆਪਸ਼ਨ ਪੂਰਨ ਸਿੰਘ ਜੀ ਨਾਲ ਜਾਵਾਂਗੇ, ਕਿਉਂਕਿ ਇਹ ਖੁੱਲ੍ਹੀ ਕਵਿਤਾ ਦਾ ਮੋਢੀ ਹੈ, ਕਿਉਂਕਿ ਇਹਨਾਂ ਨੇ ਕਵਿਤਾ ਨੂੰ ਛੰਦ ਮੁਕਤ ਲਿਖਿਆ। ਸੋ ਹਰੇਕ ਨੇ ਕਵਿਤਾਵਾਂ ਨੂੰ ਛੰਦ ਦੇ ਵਿੱਚ ਛੰਦਮਈ ਰਚਨਾਵਾਂ ਲਿਖੀਆਂ, ਪਰ ਇਹਨਾਂ ਨੇ ਜਿਹੜੀਆਂ ਕਵਿਤਾਵਾਂ ਲਿਖੀਆਂ ਉਹ ਛੰਦ ਮੁਕਤ ਲਿਖੀਆਂ। ਸੋ ਇਹ ਤੁਸੀਂ ਯਾਦ ਰੱਖੋਗੇ। ਅਗਲਾ ਆਪਣਾ ਕੁਐਸਚਨ ਨੰਬਰ 8 ਹੈ, ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਕੌਣ ਹੈ? ਸੋ ਇਹਦੇ ਵਿੱਚ ਇਹ ਯਾਦ ਰੱਖਣਾ, ਆਪਾਂ ਭਾਈ ਵੀਰ ਸਿੰਘ ਜੀ ਨਾਲ ਜਾਵਾਂਗੇ, ਕਿਉਂਕਿ ਭਾਈ ਵੀਰ ਸਿੰਘ ਜੀ ਆ ਜਿਹੜੇ ਉਹ ਛੋਟੀ ਜਿਹੀ ਕਵਿਤਾ ਦੇ ਵਿੱਚ ਵੱਡੀ ਗੱਲ ਕਰ ਜਾਂਦੇ ਸੀ।
ਜਿਵੇਂ ਇਹਨਾਂ ਦੀ ਇੱਕ ਕਵਿਤਾ ਹੈ ਟੁਕੜੀ ਜੱਗ ਤੋਂ ਨਿਆਰੀ। ਸੋ ਉਹਦੇ ਵਿੱਚ ਇੱਕ ਛੋਟੀ ਜੀ ਚੰਦ ਸਤਰਾਂ ਦੇ ਵਿੱਚ ਇਹਨਾਂ ਨੇ ਕਸ਼ਮੀਰ ਦੀ ਸੁੰਦਰਤਾ ਦਾ ਬਹੁਤ ਬਖੂਬੀ ਉਹਦਾ ਕਸ਼ਮੀਰ ਦੀ ਸੁੰਦਰਤਾ ਨੂੰ ਬਿਆਨ ਕੀਤਾ ਹੈ। ਸੋ ਇਸੇ ਤਰ੍ਹਾਂ ਬ੍ਰਿਸ਼ ਕਵਿਤਾ, ਇਸੇ ਤਰ੍ਹਾਂ ਬਿਨਫਸ਼ਾ ਦਾ ਫੁੱਲ, ਜਾਂ ਇਸੇ ਤਰ੍ਹਾਂ ਟੁਕੜੀ ਜੱਗ ਤੋਂ ਨਿਆਰੀ, ਜਾਂ ਹੋਰ ਵੀ ਪ੍ਰਸਿੱਧ ਕਵਿਤਾਵਾਂ ਜਿਹੜੀਆਂ ਭਾਈ ਵੀਰ ਸਿੰਘ ਜੀ ਦੀਆਂ ਹੈਗੀਆਂ। ਸੋ 9th ਕੁਐਸਚਨ ਆਪਣਾ, ਰਸ ਦੀ ਵਰਤੋਂ ਕੀਤੀ ਜਾਂਦੀ ਹੈ ਕਵਿਤਾ ਵਿੱਚ, ਕਹਾਣੀ ਵਿੱਚ, ਕਥਾ ਵਿੱਚ, ਇਕਾਂਗੀ ਵਿੱਚ। ਸੋ ਦੇਖਣ 'ਚ ਲੱਗਦਾ ਹੈ ਕਿ ਕਹਾਣੀ ਰਸਪੂਰ ਹੁੰਦੀ ਹੈ, ਪਰ ਆਪਾਂ ਆਪਸ਼ਨ ਕਵਿਤਾ ਨਾਲ ਜਾਵਾਂਗੇ ਕਿਉਂਕਿ ਕਵਿਤਾ ਦੇ ਵਿੱਚ ਰਸ ਹੁੰਦਾ ਹੈ। ਕਵਿਤਾ ਰਸਮਈ ਢੰਗ ਨਾਲ ਗਾਈ ਜਾਣ ਵਾਲੀ ਮਤਲਬ ਕਿ ਆਪਣੀ ਰਚਨਾ ਹੁੰਦੀ ਆ, ਤੇ ਕਵਿਤਾ ਜਿਹੜੀ ਆ ਜੇਕਰ ਬਿਨਾਂ ਰਸ ਤੋਂ ਗਾਈਏ ਤਾਂ ਉਹਦਾ ਕੋਈ ਵਧੀਆ ਨਹੀਂ ਉਹ ਮੰਨੀ ਜਾਂਦੀ, ਰਸਮਈ ਕਵਿਤਾ ਹੀ ਵਧੀਆ ਮੰਨੀ ਜਾਂਦੀ ਆ। ਸੋ ਅਗਲਾ ਕੁਐਸਚਨ ਆਪਣਾ, ਇੱਕ ਹੋਰ ਨਵਾਂ ਸਾਲ ਵਿੱਚ ਕਿੰਨੇ ਕਾਂਡ ਹਨ? ਸੋ ਇਹ ਆਪਣਾ ਨਾਵਲ ਹੈ 10th ਕਲਾਸ ਦਾ। ਇਹਦੇ ਵਿੱਚ ਕਾਂਡ ਲਗਭਗ 3 ਕਾਂਡ ਆ। ਉਹ ਹੈਗੇ ਆ ਕਾਂਡ 1 ਸਵੇਰ, ਕਾਂਡ 2 ਦੁਪਹਿਰ, ਕਾਂਡ 3 ਸ਼ਾਮ। ਸੋ ਇਸ ਤਰ੍ਹਾਂ ਇੱਕ ਹੋਰ ਨਵਾਂ ਸਾਲ ਨਾਵਲ ਦੇ ਵਿੱਚ 3 ਕਾਂਡ ਆ, ਜਿਹੜਾ ਇਹ ਆਪਸ਼ਨ ਸਹੀ ਆ ਆਪਣੀ। ਸੋ ਆਪਣਾ ਅਗਲਾ 11ਵਾਂ ਕੁਐਸਚਨ ਹੈ, ਦੰਤ ਕਥਾ ਸੰਬੰਧਿਤ ਹੈ ਪਰੀ ਸਾਹਿਬਜ਼ਾਦਿਆਂ ਨਾਲ, ਸਿੱਖਿਆ ਤੇ ਉਪਦੇਸ਼ ਨਾਲ, ਬੇਜਾਨ ਅਵਸਥਾ ਨਾਲ, ਇਤਿਹਾਸ ਤੇ ਗਲਪ ਨਾਲ। ਸੋ ਆਪਾਂ ਚਾਰੇ ਆਪਸ਼ਨਾਂ ਬਾਰੇ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਆਪਣਾ ਹੈਗਾ ਜਿਵੇਂ ਕਿ ਪਰੀ ਸਾਹਿਬਜ਼ਾਦਿਆਂ ਨਾਲ। ਤਾਂ ਪਰੀ ਸਾਹਿਬਜ਼ਾਦਿਆਂ ਨਾਲ ਪਰੀ ਕਥਾਵਾਂ ਸੰਬੰਧਿਤ ਹੁੰਦੀਆਂ, ਤੁਸੀਂ ਇਹ ਧਿਆਨ 'ਚ ਰੱਖੋਗੇ। ਜੇਕਰ ਕਰੀਏ ਸਿੱਖਿਆ ਤੇ ਉਪਦੇਸ਼ ਨਾਲ ਤਾਂ ਇਹ ਨੀਤੀ ਕਥਾਵਾਂ ਹੁੰਦੀਆਂ, ਸਿੱਖਿਆ ਤੇ ਉਪਦੇਸ਼ ਨਾਲ ਸੰਬੰਧਿਤ। ਜੇਕਰ ਕਰੀਏ ਬੇਜਾਨ ਅਵਸਥਾ ਨਾਲ ਦੀ ਗੱਲ ਤਾਂ ਬੇਜਾਨ ਅਵਸਥਾ ਦੀ ਜਿਹੜੇ ਬੇਜਾਨ ਪ੍ਰਕਿਰਤਿਕ ਅਵਸਥਾ ਉਹਨਾਂ ਨਾਲ ਜਿਹੜੀਆਂ ਸੰਬੰਧਿਤ ਕਥਾਵਾਂ ਉਹਨਾਂ ਨੂੰ ਮਿੱਥ ਕਥਾਵਾਂ ਕਿਹਾ ਜਾਂਦਾ। ਤੇ ਜੇਕਰ ਕਰੀਏ ਦੰਤ ਕਥਾਵਾਂ ਦੀ ਗੱਲ ਤਾਂ ਦੰਤ ਕਥਾਵਾਂ ਇਤਿਹਾਸ ਤੇ ਗਲਪ ਨਾਲ ਸੰਬੰਧਿਤ ਆ। ਜੇਕਰ ਦੰਤ ਕਥਾਵਾਂ ਦੀ ਮੈਂ ਉਦਾਹਰਨ ਦੇਵਾਂ ਤਾਂ ਪੂਰਨ ਭਗਤ, ਰਾਜਾ ਰਸਾਲੂ, ਠੀਕ ਹੈ। ਇਸ ਤਰ੍ਹਾਂ ਜਿਹੜੇ ਇਹ ਜਿਹੜੀਆਂ ਦੰਤ ਕਥਾਵਾਂ ਇਹ ਇਤਿਹਾਸ ਤੇ ਗਲਪ ਨਾਲ ਸੰਬੰਧਿਤ ਆ। ਦੁਬਾਰਾ ਰਿਪੀਟ ਕਰਦਾ, ਪਰੀ ਸਾਹਿਬਜ਼ਾਦਿਆਂ ਨਾਲ ਸੰਬੰਧਿਤ ਪਰੀ ਕਥਾਵਾਂ ਹੁੰਦੀਆਂ, ਠੀਕ ਹੈ। ਸਿੱਖਿਆ ਤੇ ਉਪਦੇਸ਼ ਨਾਲ ਸੰਬੰਧਿਤ ਨੀਤੀ ਕਥਾਵਾਂ ਹੁੰਦੀਆਂ, ਜਿਵੇਂ ਲਾਲਸਾ ਦੀ ਚੱਕੀ ਹੋ ਗਈ। ਉਸ ਤੋਂ ਬਾਅਦ ਬੇਜਾਨ ਅਵਸਥਾ ਨਾਲ ਮਿੱਥ ਕਥਾਵਾਂ ਹੁੰਦੀਆਂ, ਤੇ ਇਸ ਤੋਂ ਬਾਅਦ ਇਤਿਹਾਸ ਤੇ ਗਲਪ ਨਾਲ ਦੰਤ ਕਥਾਵਾਂ ਹੁੰਦੀਆਂ। ਸੋ ਅਗਲੇ ਕੁਐਸਚਨਾਂ ਵੱਲ ਆਪਾਂ ਚੱਲਦੇ ਹਾਂ ਜੀ। ਕੁਐਸਚਨ ਨੰਬਰ 12, ਪੂਰਨ ਭਗਤ ਕਿਸ ਦੀ ਰਚਨਾ ਹੈ? ਪੂਰਨ ਭਗਤ ਕਿੱਸਾ ਹੈ। ਪੂਰਨ ਭਗਤ ਕਿਸ ਦੀ ਰਚਨਾ ਕਿੱਸਾ ਇਹ? ਤਾਂ ਇਹਦਾ ਜਿਹੜਾ ਸਹੀ ਆਨਸਰ ਹੈ ਉਹ ਹੈਗਾ ਕਾਦਰ ਯਾਰ, ਕਿਉਂਕਿ ਇਹਨਾਂ ਦੀ ਰਚਨਾ ਹੈਗੀ ਆ। ਜੇਕਰ ਵਾਰਿਸ ਸ਼ਾਹ ਤਾਂ ਆਪਾਂ ਨੂੰ ਪਤਾ ਵੀ ਹੀਰ ਵਾਰਿਸ ਆ। ਪੀਲੂ ਦੀ ਰਚਨਾ ਦੇ ਬਾਰੇ ਆਪਾਂ ਹੁਣ ਗੱਲ ਕਰਦੇ ਹਾਂ ਅੱਗੇ ਜਾ ਕੇ। ਹਾਸ਼ਮ ਸ਼ਾਹ ਦੀਆਂ ਕਈ ਰਚਨਾਵਾਂ ਸੀ, ਇਸੇ ਲਈ ਜਿਹੜੀ ਪੂਰਨ ਭਗਤ ਆ ਉਹ ਕਾਦਰ ਯਾਰ ਦੀ ਰਚਨਾ ਹੈ। ਸੋ ਅੱਗੇ ਚੱਲਦੇ ਹਾਂ। ਕੁਐਸਚਨ ਨੰਬਰ 13, ਬਾਬਾ ਫਰੀਦ ਜੀ ਕਿਸ ਸੰਪਰਦਾ ਨਾਲ ਸੰਬੰਧਿਤ ਸੀ? ਇਹਦੇ ਵਿੱਚ ਕੁਐਸਚਨ ਆਪਸ਼ਨ ਹੈਗੀ ਮਲਾਮਤੀ, ਚਿਸ਼ਤੀ, ਸੂਫੀ, ਮੁਸਲਿਮ। ਲੱਗਦਾ ਆਪਾਂ ਨੂੰ ਸੂਫੀ ਆ, ਪਰ ਜਿਹੜੀ ਸੰਪਰਦਾ ਸੀ ਉਹ ਚਿਸ਼ਤੀ ਸੰਪਰਦਾ ਨਾਲ ਸੰਬੰਧਿਤ ਸੀਗੇ। ਸੋ ਅਗਲਾ ਕੁਐਸਚਨ ਆਪਣਾ 14 ਨੰਬਰ, ਪੰਜਾਬੀ ਸਾਹਿਤ ਵਿੱਚ ਕਿੰਨੇ ਕਾਵਿ ਹਨ? ਤਾਂ ਪੰਜਾਬੀ ਸਾਹਿਤ ਦੇ ਵਿੱਚ ਇਹਦੀ ਆਪਸ਼ਨ ਦੇ ਵਿੱਚ ਦੇਖੋ 2 ਕਾਵਿ ਲਿਖਿਆ, ਜਿਵੇਂ 3 ਕਾਵਿ ਲਿਖਿਆ, 4 ਕਾਵਿ ਲਿਖਿਆ, ਤਾਂ ਆਪਸ਼ਨ ਇਜ਼ 3rd। ਇਹਦੇ ਵਿੱਚ 4 ਕਾਵਿ ਆ। ਜੇਕਰ ਇਹਨਾਂ ਦੀ ਗੱਲ ਕਰੀਏ ਕਿਹੜੇ 4 ਕਾਵਿ ਆ, ਤਾਂ ਸਭ ਤੋਂ ਪਹਿਲਾਂ ਆਪਾਂ ਗੁਰਮਤਿ ਕਾਵਿ ਦੀ ਗੱਲ ਕਰਦੇ ਹਾਂ। ਗੁਰਮਤਿ ਕਾਵਿ ਹੈ ਜਿਹੜਾ ਉਹਦੇ ਵਿੱਚ ਗੁਰੂ ਸਾਹਿਬਾਨ ਦੀ ਜਿਹੜੀਆਂ ਰਚਨਾਵਾਂ ਆਉਂਦੀਆਂ ਗੁਰਮਤਿ ਕਾਵਿ ਦੇ ਵਿੱਚ ਆਉਂਦੀਆਂ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤਾਂ ਸੂਫੀ ਕਾਵਿ, ਸੂਫੀ ਸੰਤ ਜਿਵੇਂ ਬਾਬਾ ਫਰੀਦ ਜੀ, ਹਾਸ਼ਮ ਸ਼ਾਹ, ਸ਼ਾਹ ਹੁਸੈਨ ਤੇ ਆਪਣਾ ਬੁੱਲੇ ਸ਼ਾਹ ਜੀ, ਜਾਂ ਇਸ ਤੋਂ ਬਾਅਦ ਦਾਦੂ ਜੀ, ਸੁਲਤਾਨ ਬਾਹੂ ਜੀ, ਇਹ ਸਾਰੇ ਜਿਹੜੇ ਸੂਫੀ ਕਾਵਿ ਦੇ ਕਵੀ ਹੈਗੇ ਆ। ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਤਾਂ ਤੀਜਾ ਆਪਣਾ ਕਿੱਸਾ ਕਾਵਿ ਆਉਂਦਾ। ਕਿੱਸਾ ਕਾਵਿ ਦੇ ਵਿੱਚ ਸਾਹਿਬਾ ਮਿਰਜ਼ਾ, ਜਿਵੇਂ ਕਿੱਸਾ ਸਾਹਿਬਾ ਮਿਰਜ਼ਾ, ਹੀਰ ਰਾਂਝਾ, ਠੀਕ ਹੈ। ਇਸ ਤਰ੍ਹਾਂ ਜਿਹੜੇ ਕਿੱਸੇ ਆਪਾਂ ਪੜ੍ਹਦੇ ਹਾਂ, ਸੋਹਣੀ ਮਹਿਵਾਲ ਕਿੱਸਾ ਹੈ ਨਾ, ਇਹ ਸਾਰੇ ਕਿੱਸਾ ਕਾਵਿ ਦੇ ਵਿੱਚ ਆਉਂਦੇ ਆ। ਤੇ ਚੌਥਾ ਆਪਣਾ ਜਿਹੜਾ ਹੈਗਾ ਕਾਵਿ ਉਹ ਹੈ ਵੀਰ ਕਾਵਿ। ਵੀਰ ਕਾਵਿ ਦੇ ਵਿੱਚ ਜਿਹੜੀਆਂ ਆਪਾਂ ਨੂੰ ਵੀਰ ਜਨ ਕੀ ਲੜਾਈਆਂ ਨਾਲ ਸੰਬੰਧਿਤ ਰਚਨਾਵਾਂ, ਜਿਵੇਂ ਜੰਗਨਾਮੇ ਹੋ ਗਏ, ਬਹਾਦਰੀ ਨਾਲ ਸੰਬੰਧਿਤ ਰਚਨਾਵਾਂ ਮਿਲਦੀਆਂ। ਸੋ ਇਹ ਵੀਰ ਕਾਵਿ ਹੈ। ਸੋ ਅੱਗੇ ਇਹਨਾਂ ਦੇ ਜਿਹੜੇ ਕਵੀ ਆ ਉਹਨਾਂ ਬਾਰੇ ਵੀ ਜੇਕਰ ਤੁਹਾਨੂੰ ਡਿਟੇਲ ਚਾਹੀਦੀ ਹੈ ਤਾਂ ਉਹਦੇ 'ਤੇ ਵੀ ਅਲੱਗ ਵੀਡੀਓ ਬਣ ਜਾਵੇਗੀ। ਸੋ ਆਪਾਂ ਅਗਲੇ ਕੁਐਸਚਨ ਵੱਲ ਚੱਲਦੇ ਹਾਂ। ਆਪਾਂ ਨੂੰ ਪਤਾ ਲੱਗ ਗਿਆ ਪੰਜਾਬੀ ਸਾਹਿਤ ਵਿੱਚ ਕਿੰਨੇ ਕਾਵਿ? 4 ਕਾਵਿ। ਨੰਬਰ 1 ਗੁਰਮਤਿ ਕਾਵਿ, ਸੂਫੀ ਕਾਵਿ, ਕਿੱਸਾ ਕਾਵਿ, ਵੀਰ ਕਾਵਿ। ਇਹਨੂੰ ਤੁਸੀਂ ਨੋਟ ਡਾਊਨ ਕਰ ਲਓ। ਕੁਐਸਚਨ ਨੰਬਰ ਆਪਣਾ 15 ਹੈਗਾ, ਮਿਰਜ਼ਾ ਸਾਹਿਬਾ ਰਚਨਾ ਹੈ ਪੀਲੂ ਦੀ, ਕਾਦਰ ਯਾਰ ਦੀ, ਹਾਸ਼ਮ ਸ਼ਾਹ ਦੀ ਜਾਂ ਫਜ਼ਲ ਸ਼ਾਹ ਦੀ? ਤਾਂ ਮਿਰਜ਼ਾ ਸਾਹਿਬਾ ਜਿਹੜੀ ਉਹ ਪ੍ਰਸਿੱਧ ਰਚਨਾ ਪੀਲੂ ਦੀ ਆ। ਜੇਕਰ ਇਹਦਾ ਅਗਲਾ ਵਰਜਨ ਦੀ ਗੱਲ ਕਰੀਏ ਤਾਂ ਅਗਲਾ ਵਰਜਨ ਸੀਗਾ ਜਿਹੜਾ ਉਹ ਆਪਾਂ ਨੂੰ ਹਾਫਿਜ਼ ਬਰਖੁਰਦਾਰ ਨੇ ਦਿੱਤਾ ਸੀ, ਕਿਉਂਕਿ ਜਿਹੜੀ ਪੀਲੂ ਦੀ ਰਚਨਾ ਸੀ ਨਾ ਉਹਦਾ ਅੰਤ ਦੁਖਾਂਤਕ ਸੀ। ਲਾਸਟ ਤੇ ਮਿਰਜ਼ਾ ਜਿਹੜਾ ਉਹ ਮਰ ਜਾਂਦਾ, ਤੇ ਜਿਹੜੀ ਇਹਦੀ ਪੀਲੂ ਦੀ ਰਚਨਾ ਇਹਦਾ ਅੰਤ ਦੁਖਾਂਤਕ ਸੀ। ਪਰੰਤੂ ਅੱਗੇ ਜਾ ਕੇ ਹਾਫਿਜ਼ ਬਰਖੁਰਦਾਰ ਜਿਹੜਾ ਕਿ ਪੀਲੂ ਨੂੰ ਆਪਣਾ ਇੱਕ ਗੁਰੂ ਮੰਨਦਾ ਸੀ ਲਗਭਗ, ਜਾਂ ਆਪਣਾ ਈਸਟ ਮੰਨਦਾ, ਜੋ ਵੀ ਤੁਸੀਂ ਸੋਚ ਸਕਦੇ ਹੋ। ਤਾਂ ਜਿਹੜਾ ਪੀਲੂ ਦੀ ਰਚਨਾ ਨੂੰ ਉਹਨੇ ਅੱਗੇ ਵਧਾਇਆ
ਔਰ ਮਿਰਜ਼ਾ ਸਾਹਿਬਾਂ ਨੂੰ ਸੁਖਾਂਤਕ ਤਰੀਕੇ ਨਾਲ ਪੇਸ਼ ਕੀਤਾ। ਤਾਂ ਇਸ ਦਾ ਅਗਲਾ ਵਰਜਨ ਸੀ ਜਿਹੜਾ ਹਾਫਿਜ਼ ਬਰਖੁਰਦਾਰ ਨੇ ਲਿਖਿਆ ਸੀਗਾ। ਤੇ ਜੇਕਰ ਪੁੱਛਿਆ ਜਾਵੇ ਵੀ ਮਿਰਜ਼ਾ ਸਾਹਿਬਾਂ ਰਚਨਾ ਕਿਹਦੀ, ਤਾਂ ਉਹ ਪੀਲੂ ਦੀ ਹੈ। ਠੀਕ ਹੈ ਜੀ। ਅੱਗੇ ਆਪਣਾ 16ਵਾਂ ਕੁਐਸਚਨ ਹੈ ਵੀਰ ਕਾਵਿ ਨਾਲ ਸੰਬੰਧਿਤ ਹਨ। ਸੋ ਵੀਰ ਕਾਵਿ ਨਾਲ ਸੰਬੰਧਿਤ ਇਹਦੇ ਵਿੱਚੋਂ ਜੇਕਰ ਗੱਲ ਕਰੀਏ ਸ਼ਾਹ ਹੁਸੈਨ ਦੀ, ਤਾਂ ਸ਼ਾਹ ਹੁਸੈਨ ਸੂਫੀ ਕਾਵਿ ਦੇ ਕਵੀ ਹੈਗੇ ਆ, ਪ੍ਰਸਿੱਧ ਕਵੀ ਆ। ਜੇਕਰ ਕਰੀਏ ਨਜਾਬਤ ਦੀ, ਤਾਂ ਇਹਦੀ ਆਪਸ਼ਨ ਨੰਬਰ 2 ਹੀ ਹੈ, ਵੀਰ ਕਾਵਿ ਨਾਲ ਸੰਬੰਧਿਤ ਨਜਾਬਤ ਆ, ਕਿਉਂਕਿ ਇਹਨਾਂ ਨੇ ਇੱਕ ਨਜਾਬਤ ਦੀ ਵਾਰ ਹੈ, ਇੱਕ ਪ੍ਰਸਿੱਧ ਆ ਜਿਹੜੀ ਇਹਨਾਂ ਨੇ ਜੰਗ ਦੇ ਉੱਤੇ ਲਿਖੀ ਹੈ। ਤੇ ਔਰ ਵੀਰ ਕਾਵਿ ਦੇ ਵਿੱਚ ਜੰਗ ਦੇ ਸੰਬੰਧੀ ਸਾਰਾ ਕੁਝ ਲਿਖਿਆ ਜਾਂਦਾ। ਤਾਂ ਅੱਗੇ ਜੇ ਪੀਲੂ ਦੀ ਗੱਲ ਕਰੀਏ ਤਾਂ ਪੀਲੂ ਜਿਹੜਾ ਉਹ ਕਿੱਸਾ ਕਾਵਿ ਦਾ ਲੇਖਕ ਆ। ਜੇਕਰ ਹਾਸ਼ਮ ਸ਼ਾਹ ਦੀ ਗੱਲ ਕਰਦੇ ਤਾਂ ਇਹ ਵੀ ਕਿੱਸਾ ਕਾਵਿ ਦਾ। ਤਾਂ ਇਸ ਕੁਐਸਚਨ ਦੀ ਜਿਹੜੀ ਸਹੀ ਆਪਸ਼ਨ ਆ ਉਹ ਹੈਗੀ ਆਪਸ਼ਨ ਇਜ਼ ਬੀ, ਯਾਨੀ ਕਿ 2 ਨੰਬਰ ਆਪਸ਼ਨ ਨਜਾਬਤ। ਸੋ ਕੁਐਸਚਨ ਨੰਬਰ 17 ਗੁਰਮਤਿ ਕਾਵਿ ਦੇ ਮੋਢੀ ਹਨ ਸ਼੍ਰੀ ਗੁਰੂ ਅੰਗਦ ਦੇਵ ਜੀ, ਸ਼੍ਰੀ ਗੁਰੂ ਨਾਨਕ ਦੇਵ ਜੀ, ਬਾਬਾ ਫਰੀਦ ਜੀ ਜਾਂ ਸ਼ਾਹ ਹੁਸੈਨ। ਤਾਂ ਗੁਰਮਤਿ ਕਾਵਿ ਦੇ ਜਿਹੜੇ ਮੋਢੀ ਮੰਨਿਆ ਗਿਆ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਮੰਨਿਆ ਗਿਆ, ਕਿਉਂਕਿ ਇਹਨਾਂ ਤੋਂ ਗੁਰਮਤਿ ਕਾਵਿ ਸ਼ੁਰੂ ਹੋਇਆ ਸੀਗਾ। ਔਰ 10 ਗੁਰੂ ਸਾਹਿਬਾਨ ਆ ਜਿਹੜੇ ਉਹ ਗੁਰਮਤਿ ਕਾਵਿ ਦੇ ਵਿੱਚ ਆਉਂਦੇ ਆ, ਪਰੰਤੂ ਜਿਹੜੇ ਆਪਣੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 10ਵੇਂ ਗੁਰੂ ਸਾਹਿਬਾਨ ਆ ਉਹਨਾਂ ਨੂੰ ਵੀਰ ਕਾਵਿ ਦੇ ਵਿੱਚ ਉਹ ਗਿਣਿਆ ਜਾਂਦਾ, ਕਿਉਂਕਿ ਉਹਨਾਂ ਨੇ ਚੰਡੀ ਦੀ ਵਾਰ ਪ੍ਰਸਿੱਧ, ਉਹਨਾਂ ਦੀ ਜਿਹੜੀ ਰਚਨਾ ਚੰਡੀ ਦੀ ਵਾਰ ਆ। ਔਰ ਉਹ ਜਿਹੜੀ ਚੰਡੀ ਦੀ ਵਾਰ ਆ ਉਹਦੇ ਵਿੱਚ ਜਿਹੜੀ ਦੁਰਗਾ ਦੇਵੀ ਉਹਦੀ ਬਹਾਦਰੀ ਨੂੰ ਦਰਸਾਇਆ ਗਿਆ। ਤਾਂ ਇਸ ਤਰ੍ਹਾਂ ਬਹਾਦਰੀ ਨਾਲ ਜੰਗ ਨਾਲ ਸੰਬੰਧਿਤ ਆ ਜਿਹੜੇ ਉਹ ਵੀਰ ਕਾਵਿ ਦੇ ਕਵੀ ਹੁੰਦੇ ਆ, ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਵੀਰ ਕਾਵਿ ਦੇ ਵਿੱਚ ਗਿਣਿਆ ਜਾਂਦਾ ਹੈ। ਸੋ ਇੱਥੋਂ ਤੱਕ ਆਪਣੇ 17 ਕੁਐਸਚਨ ਪੂਰੇ ਹੋਏ ਆ ਜੀ। ਅਗਲੇ ਕੁਐਸਚਨਾਂ ਵੱਲ ਚੱਲਦੇ ਹਾਂ। ਕੁਐਸਚਨ ਨੰਬਰ 18 ਰਸੀਦੀ ਟਿਕਟ ਕਿਸ ਦੀ ਸਵੈ ਜੀਵਨੀ ਹੈ। ਸੋ ਸਭ ਤੋਂ ਪਹਿਲਾਂ ਤਾਂ ਜੀਵਨੀ ਤੇ ਸਵੈ ਜੀਵਨੀ ਦੇ ਵਿੱਚ ਅੰਤਰ ਪਤਾ ਹੋਣਾ ਚਾਹੀਦਾ। ਜਿਹੜੀ ਸਵੈ ਜੀਵਨੀ ਆ ਉਹ ਵਿਅਕਤੀ ਖੁਦ ਆਪਣੇ ਜੀਵਨ ਬਾਰੇ ਲਿਖਦਾ, ਜਿਹੜੀ ਜੀਵਨੀ ਆ ਉਹ ਦੂਜਾ ਵਿਅਕਤੀ ਪ੍ਰਭਾਵਿਤ ਹੋ ਕੇ ਉਸਦੇ ਜੀਵਨ ਬਾਰੇ ਲਿਖਦਾ। ਸੋ ਜਿਹੜੀ ਇਹ ਸਵੈ ਜੀਵਨੀ ਸੀਗੀ, ਇਹ ਰਸੀਦੀ ਟਿਕਟ ਇਹ ਸੀਗੀ ਆਪਣੀ ਅੰਮ੍ਰਿਤਾ ਪ੍ਰੀਤਮ ਜੀ ਨੇ ਲਿਖੀ ਸੀਗੀ, ਇਹਨਾਂ ਦੀ ਇਹ ਸਵੈ ਜੀਵਨੀ ਆ। ਸੋ ਇਹੀ ਆਪਣਾ ਇਹਦਾ ਆਨਸਰ ਹੈ ਅੰਮ੍ਰਿਤਾ ਪ੍ਰੀਤਮ ਜੀ। ਉਸ ਤੋਂ ਬਾਅਦ ਅਗਲਾ ਕੁਐਸਚਨ ਨੰਬਰ 19 ਆ ਹਨੇਰੇ ਵਿੱਚ ਸੁਲਗਦੀ ਮਾਲਾ ਕਿਸ ਦੀ ਰਚਨਾ ਹੈ। ਤਾਂ ਨੰਬਰ 1 ਹੈਗਾ ਪ੍ਰੋਫੈਸਰ ਮੋਹਨ ਸਿੰਘ, ਸੁਰਜੀਤ ਪਾਤਰ, ਧਨੀ ਰਾਮ ਚਾਤਰਿਕ, ਪੂਰਨ ਸਿੰਘ। ਸੋ ਇਹ ਪ੍ਰਸਿੱਧ ਰਚਨਾ ਹੈਗੀ ਆ ਜੀ ਸੁਰਜੀਤ ਪਾਤਰ ਜੀ ਦੀ। 1993 ਦੇ ਵਿੱਚ ਇਸ ਰਚਨਾ ਲਈ ਸੁਰਜੀਤ ਪਾਤਰ ਜੀ ਨੂੰ ਭਾਰਤੀ ਸਾਹਿਤ ਅਕਾਦਮੀ ਵੱਲੋਂ ਪੁਰਸਕਾਰ ਮਿਲਿਆ ਸੀਗਾ। ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ 2009 ਦੇ ਵਿੱਚ ਇਹਨਾਂ ਨੂੰ ਸੁਰਜੀਤ ਪਾਤਰ ਜੀ ਨੂੰ ਜਿਹੜੀ ਇਹਨਾਂ ਦੀ ਇੱਕ ਰਚਨਾ ਸੀਗੀ ਲਫ਼ਜ਼ਾਂ ਦੀ ਦਰਗਾਹ, ਉਸ ਦੇ ਲਈ ਸਰਸਵਤੀ ਅਵਾਰਡ ਮਿਲਿਆ ਸੀ 2009 ਦੇ ਵਿੱਚ। ਇਸ ਨੂੰ ਤੁਸੀਂ ਨੋਟ ਡਾਊਨ ਕਰੋ ਕਿ 1993 ਦੇ ਵਿੱਚ ਸੁਰਜੀਤ ਪਾਤਰ ਜੀ ਨੂੰ ਹਨੇਰੇ ਵਿੱਚ ਸੁਲਗਦੀ ਮਾਲਾ ਲਈ ਭਾਰਤੀ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀਗਾ। ਤੇ 2009 ਦੇ ਵਿੱਚ ਇਹਨਾਂ ਨੂੰ ਜਿਹੜੀ ਇਹਨਾਂ ਦੀ ਦੂਜੀ ਜਿਹੜੀ ਪ੍ਰਸਿੱਧ ਰਚਨਾ ਸੀਗੀ ਉਹ ਸੀਗੀ ਲਫ਼ਜ਼ਾਂ ਦੀ ਦਰਗਾਹ, ਉਹਦੇ ਲਈ ਸਰਸਵਤੀ ਅਵਾਰਡ ਮਿਲਿਆ ਸੀਗਾ। ਇਸ ਤਰ੍ਹਾਂ ਜੇਕਰ ਗੱਲ ਕਰੀਏ 2021 ਦੇ ਵਿੱਚ ਸੁਰਜੀਤ ਪਾਤਰ ਜੀ ਨੂੰ ਪੰਜਾਬ ਸਰਕਾਰ ਦੇ ਵੱਲੋਂ ਸ਼੍ਰੋਮਣੀ ਸਾਹਿਤਕਾਰ ਅਵਾਰਡ ਦੇ ਨਾਲ ਸਨਮਾਨਿਆ ਗਿਆ ਸੀਗਾ। ਤੇ ਇੱਕ ਅਗਲੇ ਆਪਾਂ ਦੇਖਦੇ ਹਾਂ ਸਨ 2022 ਦੇ ਵਿੱਚ, ਯਾਨੀ ਕਿ ਕਰੰਟ, ਉਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਇਆ ਕਿ 2022 ਦੇ ਵਿੱਚ ਵਾਰਿਸ ਸ਼ਾਹ ਕੌਮਾਂਤਰੀ ਪੁਰਸਕਾਰ ਜਿਹੜਾ ਪਾਕਿਸਤਾਨ ਵੱਲੋਂ ਸੁਰਜੀਤ ਪਾਤਰ ਜੀ ਨੂੰ ਮਿਲਿਆ ਸੀ। ਇਹ 3-4 ਅਵਾਰਡ ਇਹਨਾਂ ਨੂੰ ਮਿਲੇ ਸੀਗੇ। ਸੋ ਇਹ ਇੰਪੋਰਟੈਂਟ ਸੀਗੇ, ਦੱਸਣੇ ਜ਼ਰੂਰੀ ਸੀਗੇ, ਇਹਨਾਂ ਨੂੰ ਤੁਸੀਂ ਨੋਟ ਡਾਊਨ ਕਰੋਗੇ, ਧਿਆਨ ਵਿੱਚ ਰੱਖੋਗੇ। ਸੋ ਅਗਲਾ ਕੁਐਸਚਨ ਹੈ ਜਿਹੜਾ ਆਪਣਾ ਕੁਐਸਚਨ ਨੰਬਰ 20 ਹੈ ਗਜ਼ਲਾਂ ਦਾ ਬਾਦਸ਼ਾਹ ਕੌਣ ਹੈ। ਸਭ ਤੋਂ ਜ਼ਿਆਦਾ ਗਜ਼ਲਾਂ ਜਿਹੜੀਆਂ ਉਹ ਸੁਰਜੀਤ ਪਾਤਰ ਜੀ ਦੀਆਂ ਲਿਖੀਆਂ, ਕਿਉਂਕਿ ਇਹਨਾਂ ਨੂੰ ਪ੍ਰਸਿੱਧੀ ਗਜ਼ਲਾਂ ਦੇ ਕਾਰਨ ਮਿਲੀ ਸੀ, ਇਸ ਲਈ ਇਹਨਾਂ ਨੂੰ ਗਜ਼ਲਾਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਕੁਐਸਚਨ ਨੰਬਰ 21 ਹੈ ਮਾਂ ਦਾ ਦਿਲ ਕਿਸ ਦੀ ਰਚਨਾ ਹੈ। ਆਪਸ਼ਨ ਹੈਗੀ ਅੰਮ੍ਰਿਤਾ ਪ੍ਰੀਤਮ, ਫਿਰੋਜ਼ਦੀਨ ਸਰਫ, ਦਲੀਪ ਕੌਰ ਟਿਵਾਣਾ, ਮੋਹਨ ਸਿੰਘ, ਪ੍ਰੋਫੈਸਰ ਮੋਹਨ ਸਿੰਘ। ਸੋ ਆਪਾਂ ਜਿਹੜਾ ਇਹਦਾ ਸਹੀ ਕੁਐਸਚਨ ਦਾ ਆਨਸਰ ਹੈ ਮਾਂ ਦਾ ਦਿਲ, ਉਹ ਰਚਨਾ ਹੈਗੀ ਆ ਫਿਰੋਜ਼ਦੀਨ ਸਰਫ ਦੀ। ਹੁਣ ਇੱਥੇ ਉਲਝਣ ਵਾਲੀ ਕੀ ਗੱਲ ਹੈ ਕਿ ਇੱਕ ਕੁਐਸਚਨ ਇਹ ਵੀ ਆ ਸਕਦਾ ਕਿ ਮਾਂ ਦਾ ਪਿਆਰ, ਜੇਕਰ ਮਾਂ ਦਾ ਪਿਆਰ ਆਇਆ ਤਾਂ ਅਸੀਂ ਅੰਮ੍ਰਿਤਾ ਪ੍ਰੀਤਮ ਜੀ ਨਾਲ ਜਾਵਾਂਗੇ। ਜੇਕਰ ਮਾਂ ਦਾ ਦਿਲ ਆਇਆ, ਮਾਂ ਦਾ ਦਿਲ ਕਵਿਤਾ ਕਿਸ ਦੀ ਰਚਨਾ, ਤਾਂ ਅਸੀਂ ਫਿਰੋਜ਼ਦੀਨ ਸਰਫ ਨਾਲ ਜਾਵਾਂਗੇ। ਤੇ ਜੇਕਰ ਇੱਥੇ ਪਿਆਰ ਹੁੰਦਾ ਮਾਂ ਦਾ ਪਿਆਰ ਤਾਂ ਅੰਮ੍ਰਿਤਾ ਪ੍ਰੀਤਮ ਜੀ ਸੀ। ਇਸ ਤਰ੍ਹਾਂ ਇੱਥੇ ਹੋਰ ਕੀ ਯਾਦ ਰੱਖਣਾ ਤੁਸੀਂ, ਫਿਰੋਜ਼ਦੀਨ ਸਰਫ ਨੂੰ ਪੰਜਾਬ ਦੀ ਬੁਲਬੁਲ ਕਹਿ ਕੇ ਵੀ ਜਾਣਿਆ ਜਾਂਦਾ ਹੈ। ਇਸ ਤਰ੍ਹਾਂ ਇਹ 21 ਕੁਐਸਚਨ ਹੈ ਜਿਹੜੇ ਇਹ ਸਾਹਿਤ ਦੇ ਬਹੁਤ ਮਹੱਤਵਪੂਰਨ ਕੁਐਸਚਨ ਸੀਗੇ, ਇਹ ਮੈਂ ਤੁਹਾਡੇ ਲਈ ਲੈ ਕੇ ਆਇਆ ਹਾਂ। ਸੋ ਅੱਗੇ ਵੀ ਆਪਾਂ ਨੂੰ ਜਿਹੜੇ ਵਧੀਆ ਕੁਐਸਚਨ ਜਾਂ ਜ਼ਿਆਦਾ ਇੰਪੋਰਟੈਂਟ ਲੱਗਣਗੇ ਇੱਕ ਜਾਂ ਦੋ ਵੀਡੀਓ ਉਹਦੇ 'ਤੇ ਵੀ ਬਣਾਈ ਜਾਊਗੀ ਸਾਹਿਤ ਦੀ। ਤੇ ਅੱਜ ਜਿਹੜਾ ਤੁਹਾਡਾ ਹੋਮਵਰਕ ਹੈ ਸਾਹਿਤ ਲਈ ਉਹ ਇਹੀ ਹੈ ਕਿ ਤੁਸੀਂ ਦੱਸਣਾ ਕਿ ਵਗਦੇ ਪਾਣੀ ਕਿਸ ਦੀ ਰਚਨਾ ਹੈ। ਤੇ ਦੂਜਾ ਕੁਐਸਚਨ ਹੈਗਾ ਕੀੜੀ ਤੇ ਅਰਦਾਸ ਕਿਸ ਦੀ ਰਚਨਾ ਹੈ।
ਔਰ ਇਹ ਦੋਨੇ ਕੁਐਸਚਨ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਵੀ ਇਹ ਕਿਸ ਦੀਆਂ ਰਚਨਾਵਾਂ। ਸੋ ਰਹਿੰਦੇ ਜਿਹੜੇ ਕੁਐਸਚਨ ਹੈ ਵੀ ਜ਼ਿਆਦਾ ਮਹੱਤਵਪੂਰਨ ਕੁਐਸਚਨ ਹੋਏ ਉਸ ਦੇ ਲਈ ਵੀ ਅੱਗੇ ਆਪਾਂ ਵੀਡੀਓ ਬਣਾਵਾਂਗੇ ਜ਼ਰੂਰ। ਸੋ ਇਹ 21 ਕੁਐਸਚਨ ਹੈ, ਤੁਸੀਂ ਇਹਨੂੰ ਧਿਆਨ ਨਾਲ ਦੇਖੋਗੇ ਔਰ ਮੈਂ 101% ਗਾਰੰਟੀ ਲੈਣਾ ਕਿ ਇੱਕ ਜਾਂ ਦੋ ਕੁਐਸਚਨ ਇਹਦੇ ਵਿੱਚ ਜ਼ਰੂਰ ਰਿਪੀਟ ਹੋਣਗੇ। ਧਿਆਨ ਨਾਲ ਕਰਿਓ। ਜੇ ਵੀਡੀਓ ਅੱਛੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰੋ, ਲਾਈਕ ਤੇ ਕਮੈਂਟ ਸੈਸ਼ਨ ਦੇ ਵਿੱਚ ਸਾਨੂੰ ਫੀਡਬੈਕ ਜ਼ਰੂਰ ਦਿਓ ਜੀ। ਧੰਨਵਾਦ।